ਜੀ ਆਇਆਂ ਨੂੰ 37ਵੀਂ ਵਾਰੀ। ਕਈ ਵਾਰ ਮੇਰੇ ਨੰਬਰ ਅੱਗੇ ਪਿੱਛੇ ਹੋ ਜਾਂਦੇ ਨੇ। ਇਹ ਜਿਹੜੀ ਪਿਛਲੀ ਪੇਂਟਿੰਗ ਵੀ ਹੈ ਵੀ ਇੱਕ ਮੇਰੀ ਬੜੀ ਪਸੰਦ ਦੀ ਪੇਂਟਿੰਗ ਹੈ। ਇਹ ਕੁਝ ਸਾਲ ਪਹਿਲੇ ਇੱਕ ਦੋਸਤ ਬ੍ਰਾਜ਼ੀਲ ਚੋਂ ਲੈ ਕੇ ਆਇਆ ਸੀ। ਇਹਦੇ 'ਚ ਵੀ ਬੜੀਆਂ ਤਹਿਾਂ ਨੇ, ਬੜਾ ਕੁਛ ਇਹਦੇ ਵਿੱਚ ਹੈ। ਕਦੇ ਮੌਕਾ ਮਿਲੇਗਾ ਤੇ ਇਹੋ ਜਿਹੀਆਂ ਵੀ ਗੱਲਾਂ ਕਰਾਂਗੇ। ਕੱਲ ਦਾ ਜਿਹੜਾ ਸੈਸ਼ਨ ਸੀ ਉਹ ਕਾਫੀ ਇੰਟੈਂਸ ਹੋ ਗਿਆ, ਮੇਰੇ ਲਈ ਵੀ ਇੰਟੈਂਸ ਹੋ ਗਿਆ, ਕਿਉਂਕਿ ਇੱਕ ਇਹੋ ਜਿਹੇ ਸਬਜੈਕਟ ਨੂੰ ਛੋਹ ਲਿਆ ਜਿਹਦੇ ਬਾਰੇ ਗੱਲ ਬੜੀ ਘੱਟ ਕੀਤੀ ਜਾਂਦੀ ਹੈ। ਹਾਂਜੀ, ਉਹਦੇ ਬਾਰੇ ਜਾਂ ਪੋਇਟਰੀ ਤੇ ਹੋ ਜਾਂਦੀ ਹੈ, ਫਿਲਾਸਫੀ ਕਰ ਲੈਂਦੀ ਹੈ ਗੱਲ, ਹਾਂਜੀ, ਪਰ ਆਮ ਜ਼ਿੰਦਗੀ ਦੇ ਵਿੱਚ ਅਸੀਂ ਉਹਦੇ ਬਾਰੇ ਗੱਲ ਘੱਟ ਹੀ ਕਰਦੇ ਹਾਂ। ਤੇ ਕਿਉਂਕਿ ਉਹ ਇੱਕ ਬੜਾ ਵੱਡਾ ਡਰ ਪੈਦਾ ਕਰਦੀ ਹੈ, ਮੌਤ ਦੀ ਗੱਲ, ਕਿਉਂਕਿ ਜੀਵਨ ਤੋਂ ਬਾਅਦ, ਮੌਤ ਤੋਂ ਬਾਅਦ ਕੀ ਹੈ ਉਹਦੇ ਬਾਰੇ ਕੁਝ ਨਹੀਂ ਪਤਾ। ਪਲੱਸ ਇਹ ਫੀਲਿੰਗ ਕਿ ਜਿਹੜਾ ਚੱਲ ਵਸਿਆ ਕੋਈ ਆਪਣਾ ਮਿੱਤਰ ਪਿਆਰਾ, ਉਹ ਦੁਬਾਰਾ ਨਹੀਂ ਉਹਦੇ ਨਾਲ ਮੁਲਾਕਾਤ ਹੋਣੀ, ਉਹ ਇੱਕ ਖਲਾ, ਉਹ ਇੱਕ ਤਾਂਘ ਰਹਿ ਜਾਂਦੀ ਹੈ। ਇਸੇ ਲਈ ਇਹ ਕੁਝ 10 ਕੁ ਸਾਲ ਪਹਿਲੇ ਮੈਂ ਕੱਲ ਵੀ ਗੱਲ ਕੀਤੀ ਸੀ, ਇੱਕ ਇੰਡੀਅਨ ਡਾਕਟਰ ਜਿਹੜੇ ਅਮਰੀਕਾ 'ਚ ਕੰਮ ਕਰਦੇ ਅਤੁਲ ਗਵਾਂਡੇ, ਉਹਨਾਂ ਇੱਕ ਕਿਤਾਬ ਲਿਖੀ ਸੀ ਬੀਇੰਗ ਮੋਰਟਲ, ਕਿ ਸਾਨੂੰ ਡਾਕਟਰਾਂ ਨੂੰ ਇਹ ਤੇ ਸਿਖਾਇਆ ਜਾਂਦਾ ਹੈ ਤੇ ਸਹੁੰ ਵੀ ਚੁਕਾਈ ਜਾਂਦੀ ਹੈ ਕਿ ਜ਼ਿੰਦਗੀ ਨੂੰ ਹਰ ਹਾਲਤ 'ਚ, ਹਰ ਕੀਮਤ 'ਤੇ ਜ਼ਿੰਦਗੀ ਨੂੰ ਬਚਾਉਣਾ ਹੈ, ਜ਼ਿੰਦਗੀ ਨੂੰ ਲੰਬੀ ਕਰਨਾ ਹੈ। ਉਹਦੇ ਵਿੱਚ ਜਦ ਕਿ ਫੈਕਟ ਇਹੀ ਹੈ ਕਿ ਜ਼ਿੰਦਗੀ ਖਤਮ ਹੁੰਦੀ ਹੈ। ਤੇ ਕਹਿੰਦਾ ਇੱਕ ਡਾਕਟਰ ਦੇ ਰੂਪ ਦੇ ਵਿੱਚ ਇਹ ਰੋਜ਼ ਅਸੀਂ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰਦੇ ਹਾਂ ਕਿ ਸਾਡੇ ਕੋਲ ਇੱਕ ਹੈ ਨਹੀਂ ਹਿੰਮਤ ਕਿ ਵੀ ਜ਼ਿੰਦਗੀ ਨੂੰ ਲੰਬਾ ਕਰਦੇ ਹੀ ਜਾਈਏ। ਤੇ ਫਿਰ ਜਦ ਤੱਕ ਉਹ ਨਹੀਂ ਸਮਾਧਾਨ ਲੱਭਦੇ ਕਿ ਜ਼ਿੰਦਗੀ ਨੂੰ ਲੰਬੀ ਕਿਵੇਂ ਕਰਨਾ ਹੈ ਜਾਂ ਅਮਰ ਕਿਵੇਂ ਕਰਨਾ ਹੈ, ਤੇ ਫਿਰ ਜਿਹੜੇ ਮਰ ਰਹੇ ਆ ਉਹਨਾਂ ਨੂੰ ਮਰਨ ਦੇ ਲਈ ਤਿਆਰੀ ਕਿਵੇਂ ਕਰਨੀ ਹੈ, ਉਹਦੀਆਂ ਗੱਲਾਂ ਕਿਵੇਂ ਹੋਣ। ਹਾਂਜੀ, ਇਹ ਕਿਤਾਬ ਫਿਰ ਸਾਰੇ ਸੰਸਾਰ ਵਿੱਚ ਹੀ ਬੜੀ ਪ੍ਰਚਲਿਤ ਹੋਈ, ਬੜੀਆਂ ਭਾਸ਼ਾਵਾਂ 'ਚ ਇਹਦੇ ਉਲਥਾ ਹੋਇਆ, ਤੇ ਇਹ ਬੜੀ ਪਾਵਰਫੁਲ ਇਸ ਨੇ ਉਸ ਚੀਜ਼ ਨੂੰ ਟੱਚ ਕੀਤਾ। ਤੇ ਹੁਣ ਉਹਦੇ ਵਿੱਚ ਮੈਡੀਕਲ ਐਜੂਕੇਸ਼ਨ 'ਚ ਡਾਕਟਰਾਂ ਨੂੰ ਇਹ ਹੌਸਪਿਸ ਕੇਅਰ ਕਿ ਐਂਡ ਆਫ ਲਾਈਫ ਕੇਅਰ ਦੇ ਬਾਰੇ ਵੀ ਸਮਝਾਇਆ ਜਾਂਦਾ। ਤੇ ਲਿਟਰੇਚਰ ਵਗੈਰਾ ਦੇ ਵਿੱਚ ਜਿਹੜੀ ਅਮਰਤਾ ਦੀ ਗੱਲ ਹੈ ਕਿ ਡੈਥ ਜੇ ਰਵੇ ਹੀ ਨਾ ਫਿਰ ਕੀ ਹੋਏਗਾ, ਉਹਦੀ ਵਿੱਚ ਸਾਇੰਸ ਫਿਕਸ਼ਨ ਦੀਆਂ ਫਿਲਮਾਂ ਜਾਂ ਉਂਝ ਐਂਟਰਟੇਨਮੈਂਟ ਦੀਆਂ ਫਿਲਮਾਂ ਵਿੱਚ ਤੇ ਬੜੀ ਵਾਰੀ ਗੱਲਾਂ ਬਾਤਾਂ ਆਉਂਦੀਆਂ, ਜਾਂ ਮਾਈਥਾਲੋਜੀ ਭਰੀ ਪਈ ਹੈ ਕਿ ਅਮਰ ਹੋਣ ਦਾ ਕੀ ਮਤਲਬ ਹੈ। ਉਹ ਅੰਮ੍ਰਿਤ ਮੰਥਨ, ਸਾਗਰ ਮੰਥਨ ਚੋਂ ਨਿਕਲੇ ਹੋਏ ਅੰਮ੍ਰਿਤ ਦੀ ਕਹਾਣੀ ਤੋਂ ਲੈ ਕੇ ਜਿਹੜੀ ਮੈਂ ਕੁਝ ਦੇਰ ਪਹਿਲੇ ਸੁਣਾਈ ਸੀ, ਉਹਦੇ ਕਈ ਵੇਰੀਏਸ਼ਨ ਚੱਲਦੀਆਂ ਨੇ। ਹਾਂਜੀ, ਫਿਲਮਾਂ ਦੇ ਮਾਮਲਿਆਂ ਵਿੱਚ ਇੱਕ ਬੜੀ ਫੇਮਸ ਫਿਲਮ ਹੈ, ਹੁਣ ਉਹ ਮੇਰੇ ਖਿਆਲ ਕਿੰਨੇ ਸਾਲ 1992 ਦੀ ਬਣੀ ਹੋਈ ਹਾਲੀਵੁੱਡ ਦੀ ਫਿਲਮ ਹੈ ਡੈਥ ਬਿਕਮਸ ਹਰ। ਉਹ 'ਚ ਮੈਰਲ ਸਟਰੀਪ ਹੈ, ਹਾਂਜੀ, ਤੇ ਜਿਹੜੀ ਕਿ ਜਿਹਨੂੰ ਕੋਈ ਇੱਕ ਐਸਾ ਅੰਮ੍ਰਿਤ ਕਿਧਰੋਂ ਮਿਲਦਾ ਹੈ ਕਿ ਜਿਹਨੂੰ ਪੀਣ ਤੋਂ ਬਾਅਦ ਫਿਰ ਉਹਦੀ ਮੌਤ ਨਹੀਂ ਕਿਸੇ ਵੀ ਹਾਲਤ ਵਿੱਚ ਹੋ ਸਕਦੀ। ਉਹ ਇੱਕ ਬੜਾ ਛੋਟਾ ਜਿਹਾ ਗਰੁੱਪ ਹੈ ਉਹਨਾਂ ਬੰਦਿਆਂ ਦਾ ਸੀਕ੍ਰੇਟ ਕਿ ਜਿਹੜੇ ਕਿ ਉਸ ਅੰਮ੍ਰਿਤ ਨਾਲ ਜਿਉਂਦੇ ਰਹਿਣਗੇ। ਪਰ ਇਹ ਆ ਟੁੱਟ ਫੁੱਟ ਹੋਈ ਤੁਰੀ ਜਾਂਦੀ ਹੈ, ਪਰ ਉਹਨੂੰ ਫਿਰ ਰਿਪੇਅਰ ਕਰਨ ਵਾਲਾ ਵੀ ਚਾਹੀਦਾ ਵੈ ਹਰ ਸਮੇਂ ਨਾਲ। ਉਹਨੂੰ ਜੇ ਮੈਰਲ ਸਟਰੀਪ ਦੇ ਕੋਈ ਗੋਲੀ ਵੀ ਮਾਰ ਦਿੰਦਾ ਹੈ ਤੇ ਇੱਥੇ ਐਡਾ ਵੱਡੀ ਮੋਰੀ ਵੀ ਹੋ ਜਾਂਦੀ ਹੈ, ਉਹ ਤਾਂ ਵੀ ਨਹੀਂ ਮਰਦੀ। ਹਾਂਜੀ, ਉਹ ਫਿਲਮ ਦੀ ਕਹਾਣੀ ਦੀ ਉਹਦੀ ਇੰਪਲੀਕੇਸ਼ਨਸ ਦੀ ਗੱਲ ਹੁੰਦੀ ਹੈ। ਤੇ ਇੰਝ ਹੀ ਬਾਕੀ ਸਾਹਿਤਾਂ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਇਸ ਤਰ੍ਹਾਂ ਦੀ ਵੀ ਜਦੋਂ ਅਸੀਂ ਅਮਰ ਹੋ ਜਾਈਏ, ਜੇ ਮੌਤ ਉੱਤੇ ਸਾਡੇ ਜਿਹਨੂੰ ਕਹਿੰਦਾ ਕਾਬੂ ਆ ਜਾਵੇ, ਤੇ ਉਹਦੇ ਕੀ ਸਮਾਜਿਕ ਤੇ ਮਾਨਸਿਕ ਤੇ ਅਧਿਆਤਮਕ ਤੇ ਇਕਨੋਮੀ ਪੱਖੋਂ ਕੀ ਅਸਰ ਹੋਣਗੇ, ਉਹਦੀ ਮੈਨੂੰ ਨਹੀਂ, ਮੈਂ ਅਪ ਟੂ ਡੇਟ ਨਹੀਂ ਹਾਂ ਕਿ ਉਹਦੇ ਬਾਰੇ ਕੀ ਗੱਲ ਹੋਈ ਹੈ। ਸੋ ਕਿਸੇ ਲੈਵਲ ਤੇ ਮੈਂ ਚਾਹਾਂਗਾ ਕਿ ਕੁਝ ਸੱਜਣ ਜਿਨ੍ਹਾਂ ਨੂੰ ਇਹਨਾਂ ਕੋਈ ਚੰਗੇ ਨਾਵਲਾਂ ਦਾ, ਚੰਗੀਆਂ ਕਹਾਣੀਆਂ ਦਾ ਪਤਾ ਹੋਵੇ, ਉਹਨਾਂ ਦੇ ਬਾਰੇ ਮੈਨੂੰ ਵੀ ਜਾਣਕਾਰੀ ਦੇਣ। ਉਸ ਮਾਮਲੇ 'ਚ ਫਿਰ ਇੱਕ ਲਿਟਰੇਚਰ ਦੀ ਕਿਤਾਬ ਕੁਝ ਸਾਲ ਪਹਿਲੇ ਮੇਰੇ ਸਾਹਮਣੇ ਆਈ। ਪੁਰਤਗੀਜ਼ ਇੱਕ ਨਾਵਲਿਸਟ ਹੋਏ ਨੇ ਯੋਸੇ ਸਾਰਾਮਾਗੋ, ਜਿਨ੍ਹਾਂ ਨੂੰ 1998 ਦਾ ਨੋਬੈਲ ਪ੍ਰਾਈਜ਼ ਵੀ ਮਿਲਿਆ ਸੀ। ਉਹਨਾਂ ਦੀ ਇਹ ਕਿਤਾਬ ਹੈ ਡੈਥ ਵਿਦ ਇੰਟਰਪਸ਼ਨਸ। ਓਰੀਜਨਲੀ ਤੇ ਪੁਰਤਗੀਜ਼ 'ਚ ਲਿਖੀ, ਪਰ ਇੰਗਲਿਸ਼ ਟ੍ਰਾਂਸਲੇਸ਼ਨ 'ਚ ਉਹਦਾ ਨਾਂ ਡੈਥ ਵਿਦ ਇੰਟਰਪਸ਼ਨ। ਤਾਂ ਬੜੀ ਇੰਟਰਸਟਿੰਗ ਕਹਾਣੀ ਹੈ। ਉਹਦੇ ਵਿੱਚ ਲੈ ਕੇ ਚੱਲਦੇ ਕਿ ਇੱਕ ਦਿਨ ਇੱਕ ਦੇਸ਼ ਦੇ ਵਿੱਚ, ਇੱਕ ਛੋਟੇ ਜਿਹੇ ਦੇਸ਼ ਵਿੱਚ ਮੌਤ ਨੇ, ਜੋ ਵੀ ਮੌਤ ਦਾ ਤੁਹਾਡੇ ਮਨ 'ਚ ਰੂਪ ਹੋਵੇ, ਮੌਤ ਨੇ ਫੈਸਲਾ ਕਰਤਾ ਕਿ ਮੈਨੂੰ ਪਸੰਦ ਕੋਈ ਕਰਦਾ ਨਹੀਂ, ਮੈਂ ਬੜੀ ਦੁਖੀ ਹਾਂ ਤੇ ਮੈਂ ਅੱਜ ਤੋਂ ਬੰਦੇ ਮਾਰਨੇ ਬੰਦ, ਮੈਂ ਨਹੀਂ ਮਾਰਨੇ। ਹਾਂਜੀ, ਹੁਣ ਉਸ ਦੇਸ਼ 'ਚ ਮੌਤਾਂ ਹੋਣੀਆਂ ਬੰਦ ਹੋ ਗਈਆਂ। ਹੁਣ ਪਹਿਲੇ ਤੇ ਕੁਝ ਦਿਨ ਬੜੀ ਜਨਤਾ ਬੜੀ ਖੁਸ਼ ਹੋਈ, ਬੜਾ ਕੁਝ ਵਾਪਰਿਆ। ਹਾਂਜੀ, ਬੜੀਆਂ ਸੈਲੀਬ੍ਰੇਸ਼ਨਸ ਹੋਈਆਂ ਜਦੋਂ ਇਹ ਮਹਿਸੂਸ ਹੋਣਾ ਸ਼ੁਰੂ ਹੋਇਆ ਕਿ ਕੋਈ ਮਰਦਾ ਨਹੀਂ ਪਿਆ,
ਵੱਡੇ ਤੋਂ ਵੱਡੇ ਜਿਹੜਾ ਅੱਤ ਲੈਵਲ ਤੇ ਮਰੀਜ਼ ਕਿਸੇ ਵੀ ਮੌਕੇ ਮਰ ਸਕਦਾ ਸੀ, ਉਹ ਵੀ ਨਹੀਂ ਮਰ ਰਿਹਾ। ਇਹ ਨਹੀਂ ਕਿ ਉਹ ਠੀਕ ਹੋ ਕੇ ਭੱਜਣ ਲੱਗ ਪਿਆ, ਪਰ ਮੌਤ ਬੰਦ ਹੋ ਗਈ। ਹੁਣ ਉਹਦੇ ਫਿਰ ਉਹਨੇ ਅੱਗੋਂ ਇੰਪਲੀਕੇਸ਼ਨਸ ਲੱਭੀਆਂ ਕਿ ਜੇ ਮੌਤ ਹੋਣੀ ਬੰਦ ਹੋ ਜਾਏ ਤੇ ਸੁਸਾਇਟੀ ਦੇ ਵਿੱਚ ਫਿਰ ਕਿਵੇਂ ਰਿਐਕਸ਼ਨ ਹੋਇਆ। ਸਭ ਤੋਂ ਪਹਿਲੇ ਬੜੀ ਇੰਟਰਸਟਿੰਗ ਗੱਲ ਹੈ ਕਿ ਹਫਤੇ 2 ਹਫਤੇ ਦੇ ਵਿੱਚ ਹੀ ਸਭ ਤੋਂ ਪਹਿਲੇ ਜਿਹੜਾ ਸਭ ਤੋਂ ਵੱਡਾ ਆਬਜੈਕਸ਼ਨ ਮੌਤ ਦੇ ਵਿਰੁੱਧ ਕਿ ਵੀ ਮੌਤ ਹੁਣ ਆਪਣਾ ਕੰਮ ਨਹੀਂ ਕਰ ਰਹੀ, ਪਤਾ ਕਿੱਥੋਂ ਆਇਆ? ਚਰਚ ਦੇ ਹੈਡਾਂ ਵੱਲੋਂ, ਧਰਮ ਦੇ ਮੁਖੀਆਂ ਵੱਲੋਂ। ਉਹਨਾਂ ਦਾ ਤੇ ਜਿਹਨੂੰ ਕਹਿੰਦੇ ਧੁਰਾ ਹੀ ਲੱਗਿਆ ਕਿ ਜੇ ਮੌਤ ਨਹੀਂ ਰਹੇਗੀ ਤੇ ਸਾਡੀ ਤੇ ਰੈਲੇਵੈਂਸ ਹੀ ਖਤਮ ਹੋ ਗਈ। ਸੋਚੋ ਜਰਾ ਕਿ ਜੇ ਮੌਤ ਦਾ ਡਰ ਹੀ ਨਾ ਰਹੇਗਾ, ਕਿਉਂਕਿ ਧਰਮ ਦੀ ਇੱਕ ਬਹੁਤੇ ਧਰਮਾਂ ਦੀ ਬੁਨਿਆਦ ਜਿਹੜੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਮੌਤ ਦੀ ਡਰ ਜਾਂ ਰਿਵਾਰਡ ਦੇ ਨਾਲ ਜੁੜਿਆ ਹੋਇਆ। ਇਸ ਕਿਤਾਬ ਦੇ ਵਿੱਚ ਵੀ ਸਭ ਤੋਂ ਪਹਿਲੇ ਉਹਨਾਂ ਵੱਲੋਂ ਸ਼ੁਰੂ ਹੁੰਦੀ ਹੈ ਗੱਲ ਕਿ ਸਾਡਾ ਤੇ ਸਾਰਾ ਫੇਥ ਹੀ ਖਤਮ ਹੋ ਜਾਣਾ। ਹਾਂਜੀ, ਉਸ ਤੋਂ ਬਾਅਦ ਫਿਰ ਇਕੋਨੋਮੀ ਦੀਆਂ ਦੂਜੀਆਂ ਗੱਲਾਂ ਆਉਂਦੀਆਂ, ਫਿਰ ਉਹ ਜਿਹੜੇ ਫਿਊਨਰਲ ਵਾਲੇ ਨੇ ਉਹਨਾਂ ਦਾ ਬਿਜ਼ਨਸ, ਫਿਰ ਲੋਕੀ ਜਿਹੜੇ ਹੌਲੀ ਹੌਲੀ ਸੁਸਾਇਟੀ ਨੂੰ ਕੁਐਸਚਨ ਆਉਂਦਾ ਕਿ ਜੇ ਮਰਦੇ ਨਹੀਂ ਪਏ ਤੇ ਮਰਨੇ ਚਾਹੁੰਦੇ ਨੇ, ਉਹ ਕਿੱਥੇ ਮਰਨ? ਉਹਦੇ ਲਈ ਫਿਰ ਇੱਕ ਨਵਾਂ ਤਰ੍ਹਾਂ ਦਾ ਬਿਜ਼ਨਸ ਕ੍ਰੀਏਟ ਹੋਇਆ ਕਿ ਤੁਸੀਂ ਜੇ ਬਾਰਡਰ ਕ੍ਰੋਸ ਕਰਕੇ ਦੂਜੇ ਦੇਸ਼ 'ਚ ਚਲੇ ਜਾਓ, ਉੱਥੇ ਜਾ ਕੇ ਮਰ ਸਕਦੇ ਹੋ, ਕਿਉਂਕਿ ਉੱਥੇ ਮੌਤ ਨੇ ਆਪਣਾ ਕੰਮ ਬੰਦ ਨਹੀਂ ਕੀਤਾ। ਬੜੀ ਇੰਟਰਸਟਿੰਗ, ਬੜੀ ਫਿਲਾਸੋਫਿਕ ਤੇ ਬੜੀ ਇੰਟਰਸਟਿੰਗ ਹੈਗੀ ਹੈ। ਇੰਝ ਕਹਾਣੀਆਂ ਬੜੀਆਂ ਹੋਈਆਂ ਕਿ ਮੌਤ ਨੂੰ ਜੇ ਖਤਮ ਕਰ ਦਿੱਤਾ ਜਾਵੇ। ਇੱਕ ਇਹੀ ਸਕੈਂਡੀਨੇਵੀਆ ਦੀ ਜਿਹੜੀ ਫੋਕ ਸਟੋਰੀਜ਼ ਨੇ ਪੁਰਾਣੀਆਂ, ਉਹਨਾਂ 'ਚ ਇੱਕ ਕਹਾਣੀ ਹੈਗੀ ਹੈ ਕਿ ਇੱਕ 14-15 ਸਾਲ ਦਾ ਬੱਚਾ, ਉਹਦੀ ਮਾਂ ਜਿਹੜੀ ਹੈ ਉਹਨੂੰ ਮੌਤ ਜਦੋਂ ਲੈਣ ਆਉਂਦੀ ਹੈ ਤੇ ਉਹ ਉਸ ਮੌਤ ਨੂੰ ਰੋਕ ਦਿੰਦਾ ਕਿ ਤੂੰ ਖਬਰਦਾਰ ਜੇ ਕਿਸੇ ਨੂੰ ਮਾਰਿਆ ਉਹਨੂੰ ਬੰਨ੍ਹ ਕੇ ਉਹ ਰੱਖ ਦਿੰਦਾ ਕਿਧਰੇ। ਹੁਣ ਮਰਨਾ ਬੰਦ ਹੋ ਗਏ ਸਾਰੇ। ਉਹ ਫਿਰ ਉਹਦੇ ਨਾਲ ਇਹੀ ਹੋਇਆ ਕਿ ਕੁਝ ਖਾਣ ਜੋਗੇ ਵੀ ਨਾ, ਜੇ ਅੰਡਾ ਤੋੜਨ ਤੇ ਅੰਡਾ ਹੀ ਨਹੀਂ ਟੁੱਟਦਾ, ਹਾਂਜੀ, ਜੇ ਜਾਨਵਰ ਦਾ ਝਟਕਾ ਕਰਨ ਤੇ ਉਹ ਜਾਨਵਰ ਨਹੀਂ ਮਰਦਾ, ਕਿ ਬੂਟੇ ਨੂੰ ਕਿਸੇ ਦੇ ਵਿੱਚੋਂ ਚੀਜ਼ ਲੈਣ, ਬੂਟਾ ਨਹੀਂ ਉਹਦੇ ਵਿੱਚੋਂ ਵੀ ਮਰਨ ਨੂੰ ਤਿਆਰ, ਕਿਉਂਕਿ ਮੌਤ ਖਤਮ ਹੋ ਗਈ ਸਾਰੇ ਪਾਸੇ। ਓਹ ਤਰਾ ਹੋ ਗਈ ਕੁਝ ਦਿਨਾਂ 'ਚ ਹੀ ਸਾਰੀ ਜਨਤਾ ਦੀ। ਫਿਰ ਮੌਤ ਨੇ ਉਸ ਬੱਚੇ ਨਾਲ ਇਹ ਵਾਅਦਾ ਉਹਨੂੰ ਸਮਝਾਇਆ ਕਿ ਵੇਖ, ਮੇਰਾ ਆਉਣਾ ਬੜਾ ਜ਼ਰੂਰੀ ਹੈ ਤਾਂ ਕਿ ਤੁਸੀਂ ਸਾਰੇ ਜਾਣੇ ਜਿਉਂਦੇ ਰਹੋ, ਕਿਉਂਕਿ ਜਦੋਂ ਤੁਸੀਂ ਬੂਟਾ ਵੀ ਖਾਂਦੇ ਹੋ, ਪੰਛੀ ਵੀ ਖਾਂਦੇ ਹੋ, ਕੁਝ ਵੀ ਖਾਂਦੇ ਹੋ, ਸਾਰਾ ਇਹ ਜਿਹੜਾ ਭੋਗ ਹੈ, ਇਹ ਭੋਜਨ ਹੈ, ਇਹ ਇੱਕ ਕਿਸੇ ਦੂਜੇ ਜੀਵ ਦੀ ਮੌਤ ਉੱਤੇ ਹੀ ਡਿਪੈਂਡੈਂਟ ਹੈ। ਉਹ ਅਸੀਂ ਜਾਨਵਰਾਂ ਦੇ ਬਾਰੇ ਤੇ ਜ਼ਿਆਦਾ ਚੇਤੰਨ ਰਹਿੰਦੇ ਹਾਂ, ਬੂਟਿਆਂ ਬਾਰੇ ਹੀ ਚੇਤੰਨ ਨਹੀਂ ਰਹਿੰਦੇ, ਪਰ ਮੌਤ ਕਹਿੰਦੀ ਮੇਰੇ ਲਈ ਤਾਂ ਸਾਰੇ ਬਰਾਬਰ ਦੇ। ਫਿਰ ਉਹਨੇ ਉਸ ਬੱਚੇ ਨਾਲ ਇਹ ਪ੍ਰੋਮਿਸ ਕੀਤਾ ਕਿ ਅੱਛਾ, ਮੈਂ ਤੇਰੀ ਮਾਂ ਨੂੰ ਹੁਣ ਨਹੀਂ ਲੈ ਕੇ ਜਾਂਦੀ, ਤੂੰ ਹਾਲੀ 14-15 ਸਾਲ ਦਾ, ਪਰ ਮੈਂ ਤੈਨੂੰ ਇਹ ਕਹਿੰਦੀ ਹਾਂ ਜਦੋਂ ਤੂੰ ਵੱਡਾ ਹੋ ਜਾਏਗਾ ਤੇ ਤੇਰੇ ਬੱਚੇ ਹੋਣਗੇ ਤੇ ਉਹ ਤੇਰੀ ਇਸ 14-15 ਸਾਲ ਦੀ ਉਮਰ 'ਚ ਹੋਣਗੇ, ਮੈਂ ਉਦੋਂ ਫੇਰ ਆਇਆ ਕਰਾਂਗੀ, ਠੀਕ ਹੈ। ਸੋ ਇਹ ਕਹਾਣੀਆਂ ਦੇ ਬੜੇ ਰੂਪ ਨੇ, ਇਸ ਲਈ ਉਹ ਦੇਵਦੱਤ ਦੀਆਂ ਗੱਲਾਂ ਤੁਸੀਂ ਸੁਣੋ। ਤੇ ਇੰਡੀਅਨ ਮੈਥੋਲੋਜੀ, ਰਾਵਣ ਨੇ ਵੀ ਮੌਤ ਨੂੰ ਆਪਣੇ ਪਾਵੇ ਨਾਲ ਬੰਨਿਆ ਹੋਇਆ ਸੀ, ਹਾਂਜੀ, ਪਰ ਆਪਣੇ ਲਈ ਉਹਦੇ ਕੰਸੀਕੁਐਂਸਿਸ ਦੂਜਿਆਂ ਲਈ ਕੀ ਸਨ। ਤੇ ਇਹ ਜਿਹੜਾ ਨਾ ਕਿ ਵੀ ਦ ਵਿਊ ਕਿ ਵੀ ਅਸੀਂ ਮਰਨਾ ਤੇ ਹੈ, ਪਰ ਅਸੀਂ ਫਿਰ ਕਿਵੇਂ ਮਰੀਏ, ਕਿ ਅਸੀਂ ਏਜਿੰਗ ਦੇ ਮਾਮਲੇ ਵਿੱਚ ਹਮੇਸ਼ਾ ਸਾਡੀ ਸਿਹਤ ਇੰਨੀ ਮੇਨਟੇਨ ਰਵੇ, ਕੋਈ ਬਿਮਾਰੀ ਨਾ ਆਵੇ, ਕੋਈ ਸਫਰਿੰਗ ਨਾ ਆਵੇ, ਤੇ ਫਿਰ ਇੱਕ ਦਿਨ ਅਸੀਂ ਮਰ ਜਾਈਏ ਬਗੈਰ ਕਿਸੇ ਵਾਰਨਿੰਗ ਦੇ, ਬਗੈਰ ਕਿਸੇ ਨੋਟਿਸ ਦੇ। ਇਹ ਵੀ ਬੜਾ ਗੁੰਝਲਦਾਰ ਮਸਲਾ ਹੈ, ਕਿਉਂਕਿ ਫਿਰ ਤੇ ਇੱਕ ਜਵਾਨ ਛੋਟੀ ਉਮਰ ਵਾਲੇ ਮਨੁੱਖ ਦੀ ਮੌਤ ਤੇ ਇੱਕ ਵੱਡੀ ਉਮਰ ਵਾਲੇ ਮਨੁੱਖ ਦੀ ਮੌਤ ਵਿੱਚ ਤੇ ਫਰਕ ਹੀ ਨਾ ਰਿਹਾ। ਖਾਸ ਕਰਕੇ ਵੱਡੀ ਉਮਰ ਵਾਲਾ, ਜਿਵੇਂ ਮੈਂ ਪਲਾਨ ਹੀ ਨਹੀਂ ਕੀਤਾ ਪਹਿਲੇ ਤੇ ਆਪਣੀ ਜ਼ਿੰਦਗੀ ਦਾ, ਮੈਂ ਮੰਨ ਕੇ ਚੱਲਦਾ ਕਿ ਮੈਂ ਤੇ ਮਰਨਾ ਹੀ ਅਚਾਨਕ ਹੀ ਹੈ, ਕਿਉਂਕਿ ਮੈਂ ਸਿਹਤਮੰਦ ਹੀ ਆ, ਜਦੋਂ ਵੀ ਮਰਿਆ ਉਹਦੇ ਕੋਈ ਨਿਸ਼ਾਨੀਆਂ ਪਹਿਲੇ ਨਹੀਂ ਆਉਣਗੀਆਂ, ਤੇ ਉਹਦੇ ਵਿੱਚ ਮੇਰੀ ਸਾਰੀ ਜਿਹੜੀ ਕਈ ਚੀਜ਼ਾਂ ਦਾ ਨੁਕਸਾਨ ਹੋਏਗਾ। ਮੇਰੇ ਜਿਹੜੇ ਚਾਹਣ ਵਾਲੇ ਨੇ ਉਹਨਾਂ ਦੇ ਉੱਤੇ ਉਹਦਾ ਜ਼ਿਆਦਾ ਸ਼ੌਕ ਨਹੀਂ ਹੋਏਗਾ, ਉਹਨਾਂ ਹੀ ਕਿ ਭਾਈ ਕਿਸੇ ਨੂੰ ਬਾਏ ਕਰਨ ਦਾ ਵੀ ਨਹੀਂ ਵੇਲਾ ਮਿਲਿਆ, ਕਿਸੇ ਨੂੰ ਤਿਆਰੀ ਕਰਨ ਦਾ ਵੀ ਨਹੀਂ ਵੇਲਾ ਮਿਲਿਆ, ਹਾਂਜੀ। ਕਿ ਇਹ ਜਿਹੜੇ ਅਸੀਂ ਉਮਰ ਦੇ ਨਾਲ ਬਾਇਓਲੋਜੀ ਹੌਲੀ ਸਰੀਰ ਡਿੱਗਦਾ ਹੈ, ਤੇ ਅਸੀਂ ਭਾਵੇਂ ਦੁੱਖ ਬੜਾ ਹੁੰਦਾ ਹੈ, ਭਾਵੇਂ ਮੇਰੇ 100 ਸਾਲ ਦਾ ਪਿਓ ਚੱਲ ਵਸੇ, ਹਾਂਜੀ, ਦੁੱਖ ਤੇ ਫਿਰ ਵੀ ਉਹੀ ਰਹੇਗਾ ਬੜੇ ਦੂਜੇ ਲੈਵਲ ਦੇ ਉੱਤੇ, ਪਰ ਉਹਦੇ ਪਿੱਛੇ ਇੱਕ ਤਿਆਰੀ ਵੀ ਮਿਲਦੀ ਹੈ ਦੂਜਿਆਂ ਨੂੰ। ਸੋ ਅਚਾਨਕ ਮੌਤ ਜਿਹੜੀ ਹੈ, ਸਾਇੰਸ ਦੇ ਇਸ ਤਰ੍ਹਾਂ ਦੀ ਕਰ ਦੇਵੇ ਕਿ ਮੌਤ ਸਿਰਫ ਤੇ ਸਿਰਫ ਚਾਂਸ ਦੇ ਨਾਲ ਹੋਏਗੀ, ਤੁਹਾਡੇ ਹੱਥ ਵਿੱਚ ਕੁਝ ਨਹੀਂ ਉਹਦੇ ਬਾਰੇ, ਪਰ ਉਹਦੇ ਫਿਰ ਸੋਸ਼ਲ ਇੰਪਲੀਕੇਸ਼ਨਸ ਕੀ ਹੋਣਗੀਆਂ। ਇੰਝ ਦੀ ਸਾਨੂੰ ਸਾਇੰਸ ਦੀ ਰਿਸਰਚ ਕਰਨੀ ਚਾਹੀਦੀ ਹੈ ਕਿ ਸਿਹਤ ਤੇ ਪਰਫੈਕਟ ਮੇਨਟੇਨ ਜਿੰਨੀ ਕਰ ਸਕਦੇ ਹੋ ਇਹ ਕਰੀ ਜਾਈਏ, ਪਰ ਉਹਦੇ ਬਾਰੇ ਸਾਨੂੰ ਅੱਜ ਨਹੀਂ ਪਤਾ ਕਿ ਸਵੇਰੇ ਮੇਰੇ ਸਾਰੇ ਕੀਤੇ ਕਰਾਏ ਪਲਾਨ ਰਹਿ ਜਾਣ। ਸੋ ਉਹ ਕਈ ਵਾਰੀ ਸਾਈਕੋਲੋਜੀਕਲ ਲੈਵਲ ਦੇ ਉੱਤੇ
ਇਹਦੇ ਉੱਤੇ ਸਾਈਕੋਲੋਜੀ ਵਾਲੇ, ਸੋਸ਼ੀਓਲੋਜੀ ਵਾਲੇ ਬੜੀ ਗੱਲ ਕਰਦੇ ਨੇ ਕਿ ਨਹੀਂ, ਮੌਤ, ਕਿਸੇ ਇਨਸਾਨ ਦੀ ਮੌਤ ਦੇ ਪਿੱਛੇ ਸਾਡੀ ਇੱਕ ਤਰੀਕੇ ਦੀ ਉਹ ਐਕਸੈਪਟੈਂਸ ਜ਼ਿੰਦਗੀ ਦੀ ਕਹਾਣੀ ਦੀ ਵੀ ਹੋਣੀ ਚਾਹੀਦੀ ਹੈ, ਐਕਸਪੈਕਟੇਸ਼ਨ ਵੀ ਹੈ ਕਿ ਹਾਂ ਹੁਣ ਇਹ ਬੇਬੇ ਉਸ ਵੱਲ ਹੌਲੀ ਹੌਲੀ ਕਦਮ ਵਧਾ ਰਹੀ ਹੈ। ਉਹਦੇ ਕਈ ਵਾਰੀ ਫਿਰ ਇਹ ਵੀ ਗੱਲ ਕੀਤੀ ਜਾਂਦੀ ਹੈ ਕਿ ਉਹਦੇ ਸੋਸ਼ਲ ਨੁਕਸਾਨ ਵੀ ਹੋ ਸਕਦੇ ਨੇ, ਕਿਉਂਕਿ ਜਿਹੜਾ ਬੰਦਾ ਜੇ ਨਾ ਮਰੇ, ਖਾਸ ਕਰਕੇ ਜੇ ਮੌਤ ਖਤਮ ਕਰਤੀ ਜਾਵੇ ਜਾਂ ਬਹੁਤ ਲੰਬੀਆਂ ਉਮਰਾਂ ਕਰ ਦਿੱਤੀਆਂ ਜਾਣ, ਤੇ ਕਈ ਲੋਕੀ ਫਿਰ ਉਹਨੂੰ ਕਾਲੇ ਵੀ ਪੈਣਗੇ ਕਿ ਬੰਦਾ ਮਰਦਾ ਹੀ ਨਹੀਂ ਹੈ, ਹਾਂਜੀ, ਕਿਉਂਕਿ ਉਹਦੇ ਫਿਰ ਇਕਨੋਮਿਕ ਰੀਜ਼ਨ ਹੋਣਗੇ, ਕਈ ਤਰ੍ਹਾਂ ਦੀਆਂ ਇਹ ਗੱਲਾਂ ਚੱਲਣਗੀਆਂ। ਸੋ ਇਹਦੇ ਵਿੱਚ ਹੁਣ ਇਹੀ ਆਉਂਦਾ ਹੈ ਕਿ ਮੌਤ ਜਿਹੜੀ ਹੈ ਉਹਦੇ ਲਈ ਫਿਰ ਅਸੀਂ ਕਿਵੇਂ ਆਪਣੇ ਆਪ ਨੂੰ ਤਿਆਰ ਕਰੀਏ, ਪਹਿਲੀ ਗੱਲ। ਪਰ ਉਹਦੇ ਵਿੱਚ ਫਿਰ ਵਿਗਿਆਨੀਆਂ ਦੇ ਵਿੱਚ ਵੀ ਬੜੇ ਵੱਡੇ ਸਵਾਲ ਨੇ, ਤੁਹਾਨੂੰ ਵੀ ਸੋਚਣਾ ਪੈਣਾ ਹੈ ਕਿ ਵੀ ਕਿਵੇਂ। ਤੇ ਮੈਂ ਬੜੇ ਸਾਲਾਂ ਤੋਂ ਦਿਮਾਗ ਦੇ ਵਿੱਚ ਤੇ ਗੱਲ ਚੱਲ ਰਹੀ ਸੀ, ਤੇ ਉਹ ਹਾਲੀ ਜ਼ਿਆਦਾ ਆਰਟੀਕੂਲੇਟ ਨਹੀਂ ਹੋਈ। ਜਿਵੇਂ ਕੱਲ ਦੇ ਸੈਸ਼ਨ ਦੇ ਵਿੱਚ, ਜਿਵੇਂ ਮੈਂ ਕਹਿ ਰਿਹਾ ਕਿ ਬੜਾ ਇੰਟੈਂਸ ਸੈਸ਼ਨ ਹੋ ਗਿਆ ਉਹ, ਕਿਉਂਕਿ ਕਈ ਗੱਲਾਂ ਇਹੋ ਜਿਹੀਆਂ ਸਨ ਕਿ ਜਿਹੜੀਆਂ ਮੈਂ ਆਪਣੇ ਅਚੇਤਨਾ ਵਿੱਚ ਤੇ ਕਈ ਵਾਰ ਸ਼ਾਇਦ ਸੋਚਦਾ ਰਿਹਾ ਹੋਵਾਂ, ਪਰ ਉਹਨਾਂ ਨੂੰ ਕਦੇ ਲਫ਼ਜ਼ ਨਹੀਂ ਸੀ ਦਿੱਤੇ। ਤੇ ਉਹ ਕੱਲ ਜਿੱਡੀ ਪਾਵਰ ਦੇ ਨਾਲ ਲਫ਼ਜ਼ ਆਏ, ਮੈਂ ਆਪ ਸਗੋਂ ਬੜਾ ਹੈਰਾਨ ਹੋਇਆ। ਤੇ ਕਿਤੇ ਕੋਈ ਨਾ ਕੋਈ ਇੱਕ ਝੰਜੋਟਾ ਜਿਹਾ ਵੀ ਆਇਆ ਕਿ ਅੱਛਾ ਇਹ ਵਿਊ ਪੁਆਇੰਟਸ ਐਡੇ ਪਾਵਰਫੁਲ ਇਹਦੇ ਵਿੱਚ ਜਾਂਦੇ ਨੇ। ਉਸ ਤੋਂ ਬਾਅਦ ਇੱਕ ਦੋ ਦੋਸਤਾਂ ਨੇ ਮੈਨੂੰ ਸਗੋਂ ਫੋਨ ਕਰਕੇ ਕਹਿੰਦੇ ਤੇ ਫਿਰ ਤੇਰੇ ਗੁਣ ਅਸੀਂ ਹੁਣੇ ਹੀ ਗਾਣੇ ਸ਼ੁਰੂ ਕਰ ਲਈਏ। ਮੈਂ ਕਿਹਾ ਠੀਕ ਹੈ, ਉਹ ਤੇ ਇੱਕ ਜਿਹੜਾ ਸੁਨੇਹਾ ਉਹਦੇ ਚੋਂ ਬਣਦਾ। ਪਰ ਵਿਗਿਆਨਕ ਨਜ਼ਰੀਏ ਚੋਂ ਮੈਨੂੰ ਲੱਗਦਾ ਕਿ ਇਹ ਜਿਹੜਾ ਮੌਤ ਦਾ ਡਰ ਹੈ ਨਾ, ਇਹਨੂੰ ਘਟਾਉਣ ਦੀ ਤੇ ਸਾਇੰਸ ਨੂੰ ਲੋੜ ਹੈਗੀ ਹੈ ਕਿ ਜੇ ਅਸੀਂ ਕੁਝ ਐਸੀ ਰਿਸਰਚ ਕਰੀਏ, ਕੁਝ ਐਸੇ ਤਰੀਕੇ ਲੱਭੀਏ ਕਿ ਜਿਹੜੀ ਅਚਾਨਕ ਮੇਰੀ ਚੋਇਸ ਤੋਂ ਬਗੈਰ ਮੌਤ ਨਾ ਆਵੇ। ਮੌਤ ਸਿਰਫ ਮੈਂ ਉਦੋਂ ਹੀ ਮਰਾਂ ਜਦੋਂ ਮੈਂ ਚਾਹਾਂ ਮੈਂ ਮਰਾਂ, ਹਾਂਜੀ। ਉਹ ਇਹਦੇ ਵਿੱਚ ਵੀ ਉਹੀ ਸੋਸ਼ਲ ਤੇ ਪ੍ਰੋਬਲਮ ਆ ਜਾਏਗੀ ਕਿ ਮੇਰੀ ਚਾਹਤ ਕਦੋਂ ਬਣਦੀ ਹੈ, ਕਿ ਮੈਂ ਕਦੋਂ ਚਾਹੁੰਦਾ ਕਿ ਡੈਥ ਬਾਈ ਚੋਇਸ। ਹੁਣ ਇਹ ਬੜੀ ਵੱਡੀ ਡਿਸਕਸ਼ਨ ਬੜੇ ਦੇਸ਼ਾਂ 'ਚ ਚੱਲ ਰਹੀ ਹੈ, ਜਿਹਨੂੰ ਕਈ ਵਾਰੀ ਉਹ ਤੁਸੀਂ ਟਰਮ ਸੁਣੀ ਹੋਣੀ, ਯੂਥਨੇਜ਼ੀਆ, ਕਿ ਜਿਹੜੇ ਬੰਦੇ ਮਰਨਾ ਚਾਹੁੰਦੇ ਨੇ ਉਹਨਾਂ ਨੂੰ ਸਰਕਾਰ ਵੱਲੋਂ ਵੀ ਲੀਗਲੀ ਮਦਦ ਕੀਤੀ ਜਾਵੇ ਕਿ ਹਾਂ ਉਹ ਮਰਨ। ਇਹ ਸੰਸਾਰ ਦੇ ਬਹੁਤੇ ਦੇਸ਼ਾਂ ਵਿੱਚ ਤੇ ਹਾਲੀ ਜਿਹੜੀ ਹੈ ਸੁਸਾਈਡ ਕਰਨੀ ਜਾਂ ਕਿਸੇ ਦੀ ਮਦਦ ਕਰਨੀ ਮਰਨ ਦੇ ਵਿੱਚ ਉਹ ਇਲੀਗਲ ਹੈ, ਹਾਂਜੀ। ਪਰ ਕੁਝ ਦੇਸ਼ ਨੇ, ਜਿਵੇਂ ਹਾਲੈਂਡ ਹੈ, ਉਹਨਾਂ ਦੇ ਕੋਲ ਹਮੇਸ਼ਾ ਹੀ ਬੜੇ ਐਡਵਾਂਸ ਰਹਿੰਦੇ ਨੇ ਇਹਨਾਂ ਚੀਜ਼ਾਂ ਦੇ ਮਾਮਲੇ 'ਚ। ਸਵਿਟਜ਼ਰਲੈਂਡ ਹੈ, ਉੱਥੇ ਤੁਸੀਂ ਆਪਣੀ ਮੌਤ ਆਪ ਚੁਣ ਸਕਦੇ ਹੋ, ਹਾਂਜੀ। ਪਰ ਉਹ ਚੁਣਨ ਦੇ ਵੇਲੇ ਲਈ ਉਹਨਾਂ ਨੇ ਬੜੇ ਸਟ੍ਰਿਕਟ ਰੂਲਸ ਬਣਾ ਕੇ ਰੱਖੇ ਨੇ ਕਿ ਜਿਹੜਾ ਬੰਦਾ ਚੁਣ ਰਿਹਾ ਵੈ ਉਹ ਕਿਹੜੇ ਕਾਰਨਾਂ ਕਰਕੇ ਚੁਣ ਰਿਹਾ। ਉਹਦੇ ਨਾਲ 1 2 3 ਕਈ ਵਾਰ 4 ਵਾਰੀ ਡਾਕਟਰਾਂ ਦੀਆਂ, ਸਾਈਕੋਲੋਜਿਸਟਾਂ ਦੀਆਂ ਉਹਨਾਂ ਦੀ ਆਪਸ 'ਚ ਗੱਲਾਂ ਬਾਤਾਂ ਹੁੰਦੀਆਂ, ਡਿਸਕਸ਼ਨਸ ਹੁੰਦੀਆਂ, ਤਾਂ ਕਿ ਪਿਓਰ ਕਲੈਰਿਟੀ ਆ ਜਾਵੇ ਕਿ ਹਾਂ ਬਈ ਇਹ ਵਾਕਈ ਇਹ ਬੰਦਾ ਇਹਦੇ ਹੀ ਚਾਹੁੰਦਾ ਕਿ ਮੈਂ ਹੁਣ ਇਸ ਜ਼ਿੰਦਗੀ ਨੂੰ ਖਤਮ ਕਰਾਂ। ਕਿਉਂਕਿ ਨੋਰਮਲ ਜ਼ਿੰਦਗੀ 'ਚ ਕੀ ਹੁੰਦਾ, ਉਹ ਵੇਵਸ ਆਉਂਦੀਆਂ ਨੇ ਸਾਨੂੰ, ਹਾਂਜੀ। ਉਹ ਇਮਤਿਹਾਨ 'ਚ ਫੇਲ ਹੋ ਗਏ ਤੇ ਬੰਦਾ ਮਰਦਾ ਚਾਹੁੰਦਾ, ਬੱਚੇ ਮਰਦਾ ਚਾਹੁੰਦੇ ਨੇ, ਹਾਂਜੀ। 5% ਨੰਬਰ ਘੱਟ ਆ ਗਏ ਤੇ ਮਰਦਾ ਚਾਹੁੰਦੇ ਨੇ। ਕਿਸੇ ਦਾ ਦਿਲ ਟੁੱਟ ਗਿਆ, ਬॉयਫ੍ਰੈਂਡ ਛੱਡ ਕੇ ਭੱਜ ਗਿਆ, ਗਰਲਫ੍ਰੈਂਡ ਨੇ ਧੋਖਾ ਦਿੱਤਾ, ਕਿਸੇ ਜਾਤ ਪਾਤ ਦਾ ਹੋਏ, ਕਈ ਰੀਜ਼ਨ। ਉਹ ਜਿਹੜੀ ਹੈ ਨਾ ਇਹ ਉਲਾਰੂ ਚੀਜ਼ਾਂ ਕਿ ਵੀ ਉਹ ਇਸ ਲਈ ਲਾਅ ਜਿਹੜੇ ਹਾਲੀ ਅਲਾਓ ਨਹੀਂ ਕਰਦੇ ਕਿ ਉਹਦੇ ਬੂਹੇ ਇਸ ਤਰੀਕੇ ਦੇ ਖੁੱਲ ਜਾਂਦੇ ਨੇ ਕਿ ਜਰਾ ਜੇ ਮੈਂ ਤੇ ਬਸ ਮੇਰਾ ਮਨ ਇਹੀ ਕਰਦਾ ਕਿ ਮੈਂ ਹੁਣ ਆਪਣੀ ਜ਼ਿੰਦਗੀ ਖਤਮ ਕਰ ਲਾਂ। ਬਈ ਉਹ ਅਲਾਉਡ ਹੋਣੀ ਚਾਹੀਦੀ ਹੈ ਕਿ ਨਹੀਂ ਹੋਣੀ ਚਾਹੀਦੀ, ਤੇ ਉਹਨੂੰ ਕੌਣ ਸਮਝਾਵੇ, ਕਿੰਨੀ ਕੁ ਦੇਰ ਸਮਝਾਵੇ। ਦੂਜੇ ਪਾਸੇ ਜਿੰਨੀ ਸਫਰਿੰਗ ਚੱਲ ਰਹੀ ਹੈ, ਹਾਂਜੀ। ਹੁਣ ਉਹਦੇ ਵਿੱਚ ਜਿਹੜੇ ਵਿਸ਼ਵਾਸੀ ਬੰਦੇ ਨੇ ਉਹ ਇਹਨਾਂ ਚੀਜ਼ਾਂ ਦੇ ਵਿੱਚ ਬਿਲਕੁਲ ਨਹੀਂ ਸ਼ਾਮਲ ਹੁੰਦੇ। ਉਹ ਕਹਿੰਦੇ ਨੇ ਜ਼ਿੰਦਗੀ ਇੰਨੀ ਜਿਹਨੂੰ ਕਹਿੰਦਾ ਕੀਮਤੀ ਹੈ ਕਿ ਉਹਦਾ ਰਿਪਲੇਸਮੈਂਟ ਕੋਈ ਨਹੀਂ ਹੈਗੀ, ਇਸ ਲਈ ਹਰ ਹਾਲਤ ਵਿੱਚ ਜ਼ਿੰਦਗੀ ਨੂੰ ਚਾਲੂ ਰੱਖਣਾ ਜਦ ਤੱਕ ਇਹ ਚਾਂਸ ਨਾਲ ਨਾ ਮਿਲੇ। ਮੈਨੂੰ ਇਹ ਗੱਲ ਕੋਈ ਬਹੁਤੀ ਪਸੰਦ ਨਹੀਂ ਆਉਂਦੀ, ਕਿਉਂਕਿ ਮੈਨੂੰ ਲੱਗਦਾ ਕਿ ਨਹੀਂ, ਕਿਸੇ ਨਾ ਕਿਸੇ ਲੈਵਲ ਦੇ ਉੱਤੇ, ਪੱਧਰ ਦੇ ਉੱਤੇ ਕਿਸੇ ਤੇ ਆਪਣੀ ਮੌਤ ਆਪ ਚੁਣਨ ਦਾ ਮੇਰੇ ਕੋਲ ਹੱਕ ਹੋਣਾ ਚਾਹੀਦਾ। ਉਹਦੇ ਵਿੱਚ ਫਿਰ ਉਹੀ ਜਿਹੜੀ ਮੈਂ ਕੱਲ ਗੱਲ ਕੀਤੀ ਸੀ, ਇੱਕ ਪੌਲ ਕਲਾਨੀਥੀ, ਕਿ ਕਲਾਨੀਥੀ ਕਿਵੇਂ ਉਹਨੂੰ ਪ੍ਰੋਨਾਊਂਸ ਕਰਦੇ ਨੇ, ਉਹ ਵੀ ਇੱਕ ਇੰਡੀਅਨ ਓਰੀਜਨ ਦਾ ਹੀ ਡਾਕਟਰ ਸੀ ਅਮਰੀਕਾ ਦੇ ਵਿੱਚ। 36 ਸਾਲ ਦਾ ਸੀ, ਉਹ ਨਿਊਰੋ ਸਰਜਨ ਸੀ, ਬਈ ਹਾਈਲੀ ਐਜੂਕੇਟਡ ਬ੍ਰੇਨ ਦਾ ਸਰਜਨ। ਤੇ ਉਹਨੂੰ ਫੇਫੜਿਆਂ ਦਾ ਕੈਂਸਰ ਹੋ ਗਿਆ, ਹਾਂਜੀ। ਤੇ ਉਹਨੂੰ ਪਤਾ ਸੀ ਕਿ ਬਸ ਇਹ ਜਿਹੜਾ ਕਿੰਨਾ ਵਧਿਆ ਹੋਇਆ ਕੈਂਸਰ ਹੈ, ਉਹਨੇ ਪਤਾ ਨਹੀਂ ਸਾਲ ਕੁ ਵੀ ਨਹੀਂ ਲੰਘਾਉਣਾ। ਫਿਰ ਉਹਨੇ ਉਹਦੇ ਉੱਤੇ ਨਾ ਆਪਣੀ ਕਿਤਾਬ, ਆਪਣੀ ਰੋਜ਼ਮਰਾ ਦੀ ਡਾਇਰੀ ਲਿਖਣੀ ਸ਼ੁਰੂ ਕੀਤੀ, ਜਿਹਦੀ ਫਿਰ ਉਹਦੀ ਮੌਤ ਤੋਂ ਬਾਅਦ ਆਖਰੀ ਚੈਪਟਰ ਉਹਦੀ ਵਹੁਟੀ ਨੇ ਲਿਖ ਕੇ ਫਿਰ ਉਹ ਕਿਤਾਬ ਛਾਪੀ, ਜਿਹਦਾ ਮੈਂ ਟਾਈਟਲ ਕਈ ਵਾਰ ਕਹਿ ਚੁੱਕਾ,
when breath becomes air. breath ਤੇ air ਦਾ ਇਹੀ ਫਰਕ ਹੁੰਦਾ। breath is a active living process, ਲੈਣਾ ਪੈਂਦਾ ਵੈ, ਭਾਵੇਂ ਆਟੋਮੈਟਿਕ ਹੋ ਸਾਡੀ ਸਿਸਟਮ 'ਚ ਲੱਗਦਾ ਵੈ, ਤੇ ਏਅਰ ਜਿਹੜੀ ਹੈ ਉਹ ਸਿਰਫ ਉਹਦਾ ਵਹਾਅ ਹੈ। ਉਹ ਜਿਹੜੀ ਕਿਤਾਬ ਨੇ ਉਹਦੇ ਵਿੱਚ ਫਿਰ ਜੋ ਗੱਲਾਂ ਹੋਈਆਂ ਨੇ, ਉਹਦਾ ਪਿਓ ਵੀ ਉਸ ਪੌਲ ਕਲਾਨੀਥੀ ਦਾ ਪਿਓ, ਪਤਾ ਨਹੀਂ ਪੀਟਰ ਕਲਾਨੀਥੀ ਸੀ, ਕੇਰਲਾ ਦੇ ਓਰੀਜਨ ਦੇ ਬੰਦੇ ਸਨ। ਉਹਨਾਂ ਦੀ ਬੜੀਆਂ ਖੂਬਸੂਰਤ ਆਪਸ ਦੇ ਵਿੱਚ ਗੱਲਾਂ ਬਾਤਾਂ। ਉਹਦੇ 'ਚ ਇੱਕ ਸਵਾਲ ਫਿਰ ਪੁੱਛਦਾ ਉਹਦਾ ਪਿਤਾ ਕਿ ਜਦੋਂ ਸਫਰਿੰਗ ਹੋ ਰਹੀ ਹੈ, ਪੇਨ ਵੱਧ ਰਹੀ ਹੈ, ਸਹਿ ਰਿਹਾ ਬੰਦਾ, ਉਹ ਫਿਰ ਉਹਨੂੰ ਪੁੱਛਦਾ ਆਪਣੇ ਪੁੱਤਰ ਨੂੰ ਕਿ ਬੇਟਾ ਤੂੰ ਇਹ ਦੱਸ, ਤੂੰ ਕਿੱਥੋਂ ਤੱਕ ਐਕਸੈਪਟ ਕਰੇਗਾ ਆਪਣੀ ਕੁਆਲਿਟੀ ਆਫ ਲਾਈਫ ਦਾ ਇਹ ਨਿਗਾਰ ਹੁੰਦਾ ਦੇਖ ਕੇ, ਕਿੱਥੋਂ ਤੱਕ ਤੂੰ ਸਹਿ ਸਕੇਗਾ ਜਾਂ ਜਿਹਦੇ 'ਚ ਤੇਰੀ ਐਗਰੀਮੈਂਟ ਹੈ ਕਿ ਤੇਰੀ ਹੁਣ ਕੁਆਲਿਟੀ ਆਫ ਲਾਈਫ ਤੇ ਡਿੱਗ ਰਹੀ ਹੈ, ਤੇਰੀ ਸਿਹਤ ਵੀ ਡਿੱਗ ਰਹੀ ਹੈ, ਤੇਰਾ ਹੌਲੀ ਹੌਲੀ ਦਿਮਾਗ ਵੀ ਬੰਦ ਹੋ ਰਿਹਾ, ਪਰ ਉਹ ਕਿਹੜਾ ਲੈਵਲ ਹੈ ਜਿਸ ਤੋਂ ਅੱਗੇ ਤੂੰ ਨਹੀਂ ਜਿਉਣਾ ਚਾਹੇਗਾ, ਤੇ ਉਹਦਾ ਸਾਨੂੰ ਕੁਝ ਆਪਸ 'ਚ ਫੈਸਲਾ ਕਰਨਾ ਚਾਹੀਦਾ ਹੈ ਤਾਂ ਕਿ ਮੈਨੂੰ ਉਦੋਂ ਤੇਰੀ ਪਤਾ ਲੱਗ ਜਾਵੇ ਤੇ ਮੈਂ ਤੇਰਾ ਸਵਿਚ ਆਫ ਕਰਾਂ। ਹਾਏ ਹਾਏ ਹਾਏ, ਕੀ ਬਾਤ! ਇਹ ਹੈ ਅੰਡਰਸਟੈਂਡਿੰਗ ਗਿਆਨ ਮਾਰਗ ਦੀ। ਹਾਂਜੀ, ਇਹ ਮੈਂ ਆਪਣੀ ਕਿਤਾਬ ਬਾਬਾ ਕਿੱਥੇ 'ਚ ਵੀ ਇਹੋ ਜਿਹੀ ਇੱਕ ਗੱਲ ਛੋਈ ਹੈ। ਉੱਥੇ ਉਹ ਬਾਬਾ ਕਹਿੰਦਾ ਕਿ ਮੈਨੂੰ ਕਿਹੜੇ ਲੈਵਲ ਦੇ ਉੱਤੇ ਕੌਣ ਮੇਰੇ ਨਾਲ ਘਰ ਦਾ ਬੰਦਾ ਪ੍ਰੋਮਿਸ ਕਰੇਗਾ ਕਿ ਜਦੋਂ ਮੈਂ ਮਰਨਾ ਚਾਹੁੰਦਾ ਤੇ ਮੇਰੀ ਮਰਨ 'ਚ ਮਦਦ ਕਰੇ। ਉਹ ਫਿਰ ਇੱਕ ਉਹਦੀ ਬੇਟੀ ਕਰਦੀ ਹੈ ਹਿੰਮਤ ਉਸ ਬਾਬੇ ਦੀ ਕਿ ਮੈਂ ਤੁਹਾਡੇ ਨਾਲ ਪ੍ਰੋਮਿਸ ਕਰਦੀ। ਇਹ ਮੈਂ ਅਵਸਥਾ ਚਾਹੁੰਦਾ ਕਿ ਹਾਂ ਸਾਡੇ ਕੋਲ ਚੋਇਸ ਹੋਵੇ, ਪਰ ਉਹਦੇ ਪਿੱਛੇ ਸਾਡੇ ਰੀਜ਼ਨਸ ਬੜੇ ਕਲੀਅਰ ਹੋਣੇ ਚਾਹੀਦੇ। ਸਿਰਫ ਉਹ ਸਿਹਤ ਦੇ ਰੀਜ਼ਨ ਨੇ ਕਿ ਕਿਸੇ ਹੋਰ ਫੁਲਫਿਲਮੈਂਟ ਦੇ ਰੀਜ਼ਨ ਨੇ। ਜਿਵੇਂ ਮੈਂ ਕੱਲ ਗੱਲ ਕੀਤੀ ਸੀ, ਮੇਰੇ ਵੱਡੇ ਭਾਈ ਸਾਹਿਬ ਨੇ ਇੱਕ ਲਫ਼ਜ਼ ਲਿਖ ਕੇ ਭੇਜਿਆ, ਏਜਫੁਲਨੈਸ। ਉਹਨਾਂ ਨੇ ਉਹਦੇ 'ਚ ਆਪਣੇ ਕੋਈ ਥੋੜ੍ਹੇ ਜਿਹੇ ਲਿਖੇ ਕਿ ਜਦੋਂ ਮੈਨੂੰ ਵੈਨ ਆਈ ਫੀਲ ਰਾਈਪ ਐਂਡ ਰੈਡੀ, ਵੀ ਮੈਂ ਪੂਰਾ ਮੈਚੋਰ ਹੋ ਚੁੱਕਾ। ਹਾਂਜੀ, ਜਦੋਂ ਮੈਨੂੰ ਕੋਈ ਹੋਰ ਚੀਜ਼ਾਂ ਦੇ ਉੱਤੇ ਕਿਸੇ ਮੁਕਾਬਲੇਬਾਜ਼ੀ ਦੀ ਲੋੜ ਨਹੀਂ, ਕੁਝ ਕਰਨ ਦੀ ਲੋੜ ਨਹੀਂ, ਪੀਸ ਵਿਦ ਐਵਰੀਬਾਡੀ। ਹੁਣ ਉਹ ਉਹਨਾਂ ਦੀ ਰਿਕੁਆਇਰਮੈਂਟ ਹੈ, ਉਹਨਾਂ ਦੀ ਇਹ ਆਪਣੇ ਆਪ ਨੂੰ ਵੈਲਿਊ ਕਰਨ ਦੀ ਸ਼ਕਤੀ ਹੈ ਕਿ ਵੀ ਮੈਂ ਇਹਨਾਂ ਅਵਸਥਾ 'ਚ ਮੇਰਾ ਫੈਸਲਾ ਮੈਂ ਕਰਨਾ ਚਾਹਾਂਗਾ ਕਿ ਹਾਂ ਹੁਣ ਮੈਂ ਮਰਾਂ। ਹੁਣ ਉਹਦੇ ਵਿੱਚ ਮੈਨੂੰ ਨਹੀਂ ਹਾਲੀ ਪਤਾ ਕਿ ਉਹ ਫਿਰ ਚਾਹਣਗੇ ਕਿ ਕੋਈ ਉਹਨਾਂ ਦੀ ਮਦਦ ਕਰੇ ਜਾਂ ਆਪ ਕੁਝ ਕਰਨ। ਹਾਂਜੀ, ਪਰ ਇਹ ਜਿਹੜੇ ਨੇ ਤਰੀਕੇ ਕਿ ਮੈਂ ਕਦੋਂ ਮਰਾਂ, ਇਹਦੀ ਚੋਇਸ ਮੇਰੇ ਕੋਲ ਹੋਣੀ ਬੜੀ ਚਾਹੀਦੀ ਹੈ। ਤੇ ਜੇ ਵਿਗਿਆਨ ਇੱਕ ਦਿਨ ਇਹ ਜਿਹੜਾ ਮਰਨ ਦੇ ਡਰ ਨੂੰ ਮਰਨ ਦੀ ਚੋਇਸ ਵਿੱਚ ਕਨਵਰਟ ਕਰਨ ਜੋਗਾ ਹੋ ਜਾਵੇ, ਉਹਦੇ ਸੋਸ਼ਲ ਇੰਪਲੀਕੇਸ਼ਨਸ ਤੇ ਬਹੁਤ ਹੀ ਜ਼ਿਆਦਾ ਨੇ। ਹਾਂਜੀ, ਕਿ ਜਦੋਂ ਪਤਾ ਹੋਵੇ ਨਾ ਕਿ ਜੇ ਅਸੀਂ ਮਰ ਵੀ ਗਏ ਹਾਂ ਤੇ ਉਹਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ, ਜਦ ਤੱਕ ਕਿ ਬਈ ਉਹ ਬੰਦੇ ਦੀ ਚੋਇਸ ਨਹੀਂ ਹੈ। ਹਾਲੀ ਵੀ ਟੈਕਨੋਲੋਜੀ ਤੇ ਬੜੀ ਵੱਧ ਗਈ ਹੈ। ਹਾਰਟ ਅਟੈਕ ਤੋਂ ਬਾਅਦ ਵੀ, ਦਿਲ ਬੰਦ ਹੋਣ ਤੋਂ ਬਾਅਦ ਵੀ ਕਈ ਵਾਰ ਅਪ ਟੂ ਮੇਰੇ ਖਿਆਲ 12 ਤੋਂ 15 ਮਿੰਟ ਤੱਕ ਦਾ ਰਿਵਾਈਵਲ ਟਾਈਮ ਹੈਗਾ। ਉਹਦੇ ਨਾਲ ਕਈ ਵਾਰ ਦਿਮਾਗ ਦੇ ਵਿੱਚ ਨੁਕਸਾਨ ਹੋ ਚੁੱਕਾ ਹੁੰਦਾ, ਕਈ ਵਾਰ ਨਹੀਂ ਵੀ ਹੁੰਦਾ। ਹਾਂਜੀ, ਜਿਵੇਂ ਔਰਗਨ ਟਰਾਂਸਪਲਾਂਟੇਸ਼ਨ ਦੇ ਲਈ ਕੁਝ ਘੰਟਿਆਂ ਦੀ ਮੋਹਲਤ ਹੁੰਦੀ ਹੈ। ਹੁਣੇ ਮੇਰੇ ਖਿਆਲ ਮੈਂ ਪਿਛਲੇ ਹਫ਼ਤੇ ਪੜ੍ਹਦਾ ਪਿਆ ਸਾਂ ਕਿ ਜਿਹੜਾ ਸਾਡਾ ਲਿਵਰ ਹੈ, ਕਲੇਜਾ, ਉਹਦੀ ਟਰਾਂਸਪਲਾਂਟੇਸ਼ਨ ਰੱਖਣ ਲਈ ਉਹਨੂੰ ਬੋਡੀ ਤੋਂ ਆਲਮੋਸਟ ਹਫ਼ਤਾ ਕਿ 10 ਦਿਨ ਤੱਕ ਬਾਹਰ ਰੱਖਿਆ ਜਾ ਸਕਦਾ ਹੈ ਤੇ ਫਿਰ ਵਰਤਿਆ ਜਾ ਸਕਦਾ ਹੈ। ਇਹ ਸਾਰੀਆਂ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ ਕਿ ਅਸੀਂ ਮੌਤ ਨੂੰ ਆਪਣੀ ਚੋਇਸ ਦੇ ਵਿੱਚ ਕਨਵਰਟ ਕਰੀਏ। ਹੁਣ ਜੇ ਮੌਤ ਜਦੋਂ ਆਪਣੀ ਚੋਇਸ 'ਚ ਕਨਵਰਟ ਹੋ ਗਈ ਨਾ, ਉਹੀ ਫਿਰ ਜੋਸੇ ਸਾਰਾਮਾਗੋ ਦੇ ਨਾਵਲ ਵਾਂਗਰ ਉਹਦੇ ਨਾਲ ਬੜੀਆਂ ਹੀ ਤਰ੍ਹਾਂ ਦੀਆਂ ਧਾਰਨਾਵਾਂ, ਵਹਿਮਾਂ, ਭਰਮਾਂ, ਵਿਚਾਰ, ਦੁਕਾਨਬਾਜ਼ੀ, ਉਹ ਉਹਦੇ ਉੱਤੇ ਕੁਐਸਚਨ ਆਉਂਦਾ। ਹਾਂਜੀ, ਪਰ ਇਹ ਮੌਤ ਇੱਕ ਅਲਟੀਮੇਟ ਜਿਹੜਾ ਫਰੰਟੀਅਰ ਹੈ ਵਿਗਿਆਨ ਦੇ ਵਿੱਚ। ਏਜ ਤੇ ਏਜਿੰਗ ਦੀਆਂ ਗੱਲਾਂ ਕਰਦੇ ਆ, ਅਸੀਂ ਹੁਣ ਉੱਥੇ ਆਏ ਹਾਂ ਕਿ ਜੀ ਤੇ ਐਮ, ਜੀਨਸ ਤੇ ਮਿਲਿਊ, ਸਾਰੀ ਮੈਡੀਸਨ ਟੈਕਨੋਲੋਜੀ ਅਸੀਂ ਕ੍ਰੀਏਟ ਤੇ ਬੜਾ ਕੁਝ ਕਰ ਸਕਦੇ ਹਾਂ। ਤੇ ਇਹ ਜਿਹੜਾ ਚਾਂਸ ਵਾਲਾ ਫੈਕਟਰ ਹੈ, ਜਿਹੜਾ ਹਾਲੀ ਵੀ ਬੜਾ ਡਰਾਉਂਦਾ ਹੈ, ਇਹ ਵੀ ਜੇ ਸਾਡੇ ਕੋਲ ਚੋਇਸ 'ਚ ਆ ਜਾਏਗਾ, ਸ਼ਾਇਦ ਮਰਨਾ ਸੌਖਾ ਹੋ ਜਾਏਗਾ। ਪਤਾ ਨਹੀਂ, ਇਹ ਗੱਲ ਤੇ ਮੈਂ ਕਰ ਰਿਹਾ, ਪਰ ਇਹਦੇ ਬਾਰੇ ਹਾਲੀ ਹੋਰ ਡੂੰਘਾ ਸੋਚਣ ਦੀ ਲੋੜ ਹੈ। ਸੋ ਮੈਨੂੰ ਲੱਗਦਾ ਹੈ ਕਿ ਅੱਜ ਅਸੀਂ ਇੱਥੋਂ ਤੱਕ ਹੀ ਗੱਲ ਪਹੁੰਚਾਉਂਦੇ ਹਾਂ। ਕੱਲ੍ਹ ਸ਼ਾਇਦ ਆਖਰੀ ਇਸ ਸੀਰੀਜ਼ ਦੀ ਗੱਲ ਕਰੀਏ। ਪਤਾ ਨਹੀਂ ਜੇ ਗੱਲ ਵੱਧ ਗਈ ਤਾਂ ਫਿਰ ਅੱਗੇ ਵੀ ਚੱਲ ਸਕਦੇ ਹਾਂ। ਤੇ ਕਿ ਵੀ ਇਹ ਸਾਰੇ 37 ਲੈਕਚਰਾਂ 'ਚ ਜੇ ਮੈਂ 5 ਜਾਂ 6 ਪੁਆਇੰਟ ਵੀ ਕੱਢਣੇ ਹੋਣ, ਜਾਂ ਮੇਰੀ ਉਮਰ ਦੇ ਕੀ ਰੂਪ ਨੇ, ਉਹਦੀਆਂ ਗੱਲਾਂ ਸ਼ਾਇਦ ਕੱਲ੍ਹ ਕਰਾਂਗੇ। ਅੱਜ ਸਿਰਫ ਇਹਦੇ ਉੱਤੇ ਕਰਦੇ ਹਾਂ। ਮੈਂ ਇਸ ਚੀਜ਼ ਦਾ ਬੜਾ ਸਪੋਰਟਰ ਹਾਂ ਕਿ ਹਾਂ, ਡੈਥ ਬਾਈ ਚੋਇਸ ਹੋਣੀ ਚਾਹੀਦੀ ਹੈ। ਤੁਸੀਂ ਵੀ ਸੋਚੋ। ठीक है जी, आज की मुलाकात बस इतनी।